ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ। ਇਸੇ ਤਰ੍ਹਾਂ ਹੀ ਆਪਾਂ ਸਮਾਂ ਆਪਣੇ ਘਰ 'ਚ ਜਦੋਂ ਮਰਜ਼ੀ ਬੈਠ ਕੇ ਕੱਢ ਲੈਣਾ ਸ਼ਬਦ ਅਭਿਆਸ ਵਾਸਤੇ। ਅੱਜ ਆਪਾਂ ਬਹੁਤੀ ਡੀਟੇਲ 'ਚ ਨਹੀਂ ਗੱਲਾਂ ਕਰਨੀਆਂ, ਸਿਰਫ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਕਿ ਹਾਈ ਲੈਵਲ ਮੀਨਿੰਗ, ਜਿੱਦਾਂ ਮੋਟੀਆਂ-ਮੋਟੀਆਂ ਗੱਲਾਂ ਕਰਨੀਆਂ ਨੇ। ਇੱਕ ਸ਼ੁਰੂਆਤ ਕਰਦੇ ਹਾਂ। ਸਾਡੀ ਸੰਗਤ ਦੇ ਮੈਂਬਰ ਨੇ ਰੇਣੂ ਭੈਣ ਜੀ, ਦਿੱਲੀ ਤੋਂ, ਸ਼ਾਇਦ ਉਹ ਹੋਣ ਵੀ। ਉਹਨਾਂ ਨੇ ਇੱਕ ਸਟੋਰੀ ਭੇਜੀ, ਬੜੀ ਗੱਲ ਜਿਹੜੀ ਉਹ ਟੁੰਬੀ ਦਿਲ ਨੂੰ। ਦੋ ਲਫ਼ਜ਼ ਹੁੰਦੇ ਨੇ, ਇੱਕ ਹੁੰਦਾ ਬਿਲੀਫ, ਇੱਕ ਹੁੰਦਾ ਟਰਸਟ। ਉਹ ਕਹਾਣੀ ਏਦਾਂ ਸੀ ਬਈ ਇੱਕ ਬਾਜ਼ੀਗਰ ਆਪਣੇ ਬੱਚੇ ਨੂੰ ਮੋਢਿਆਂ ਤੇ ਚੁੱਕੀ, ਨਿੱਕਾ ਬੱਚਾ ਸੀ, ਉਹਨੂੰ ਮੋਢਿਆਂ ਤੇ ਬਿਠਾਇਆ ਔਰ ਉਹ ਬਹੁਤ ਉੱਚੀਆਂ ਦੋ ਬਿਲਡਿੰਗਸ ਦੇ ਵਿਚਕਾਰ ਉਹਨੇ ਇੱਕ ਤਾਰ ਦਾ ਰਸਤਾ ਬਣਾਇਆ। ਇੱਕ ਬਿਲਡਿੰਗ ਤੋਂ ਲੈ ਕੇ ਦੂਸਰੀ ਬਿਲਡਿੰਗ ਤੱਕ ਉਹਨੇ ਇੱਕ ਤਾਰ ਬੰਨ੍ਹੀ ਹੈ ਔਰ ਉਹ ਉਸ ਤਾਰ ਤੇ ਚੱਲ ਰਿਹਾ। ਬੜਾ ਅਭਿਆਸ ਹੈ ਉਹਦਾ। ਆਪਣਾ ਬੱਚਾ ਉਹਨੇ ਮੋਢਿਆਂ ਤੇ ਬਿਠਾਇਆ ਔਰ ਹੌਲੀ-ਹੌਲੀ ਆਪਣਾ ਬੈਲੈਂਸ ਬਣਾਉਂਦਾ ਇੱਕ ਬਿਲਡਿੰਗ ਤੋਂ ਦੂਸਰੀ ਬਿਲਡਿੰਗ ਤੱਕ ਪਹੁੰਚਿਆ। ਥੱਲੇ ਲੋਕਾਂ ਦਾ ਬਹੁਤ ਹਜੂਮ ਖੜਾ ਸੀ। ਸਾਰਿਆਂ ਨੇ ਤਾੜੀਆਂ ਮਾਰੀਆਂ, ਵਾਹ-ਵਾਹ ਦਿੱਤੀ। ਉਹ ਥੱਲੇ ਆਇਆ। ਲੋਕਾਂ ਨੇ ਬੜੀ ਉਹਦੀ ਸਲਾਹਨਾ ਕੀਤੀ, ਬਈ ਵਾਹ, ਕਿੰਨੀ ਪ੍ਰੈਕਟਿਸ ਹੈ ਔਰ ਆਪਣੇ ਬੱਚੇ ਨੂੰ ਨਾਲ ਲੈ ਕੇ ਮੋਢਿਆਂ ਤੇ ਬਿਠਾ ਕੇ ਉਹਨੇ ਇਹ ਜਿਹੜਾ ਔਖਾ ਪੈਂਡਾ ਤਾਰ ਦੇ ਉੱਤੇ ਚੱਲਣ ਦਾ ਇਹ ਤੈਅ ਕੀਤਾ। ਲੋਕਾਂ ਨੇ ਫੋਟੋਆਂ ਖਿੱਚੀਆਂ, ਉਹਦੇ ਨਾਲ ਹੱਥ ਮਿਲਾਏ। ਉਹਨੇ ਇੱਕਦਮ ਸੰਗਤ ਨੂੰ, ਲੋਕਾਂ ਨੂੰ ਸੰਬੋਧਨ ਕੀਤਾ ਔਰ ਪੁੱਛਿਆ ਵੀ ਕਿ ਤੁਹਾਨੂੰ ਇਹ ਭਰੋਸਾ ਹੈ ਵੀ ਮੈਂ ਇਹ ਦੁਬਾਰਾ ਵੀ ਕਰ ਸਕਦਾ? ਕੀ ਤੁਹਾਨੂੰ ਇਹ ਭਰੋਸਾ ਹੈ ਮੈਂ ਇਹੀ ਚੀਜ਼ ਦੁਬਾਰਾ ਵੀ ਕਰ ਸਕਦਾ? ਸਾਰੇ ਕਹਿੰਦੇ ਹਾਂ ਹਾਂ, ਤੁਸੀਂ ਕਰ ਸਕਦੇ। ਲੋਕੀ ਸ਼ਰਤਾਂ ਲਾਉਣ ਨੂੰ ਤਿਆਰ ਹੋ ਗਏ। ਬਾਜ਼ੀਗਰ ਨੇ ਫਿਰ ਇੱਕ ਵਾਰੀ ਪੁੱਛਿਆ ਵੀ ਪੂਰਾ ਤੁਹਾਨੂੰ ਵਿਸ਼ਵਾਸ ਹੈ? ਸਾਰੇ ਕਹਿਣ ਲੱਗੇ ਹਾਂ। ਫਿਰ ਉਹ ਬਾਜ਼ੀਗਰ ਕਹਿੰਦਾ ਕਿ ਹੁਣ ਇਸ ਤਰ੍ਹਾਂ ਕਰੋ ਕਿ ਕੋਈ ਲੋਕਾਂ ਦੇ ਵਿੱਚੋਂ ਮੈਨੂੰ ਆਪਣਾ ਨਿੱਕਾ ਬੱਚਾ ਦਿਓ, ਮੈਂ ਉਹਨੂੰ ਆਪਣੇ ਮੋਢਿਆਂ ਤੇ ਚੁੱਕਾਂਗਾ। ਸਾਰੇ ਚੁੱਪ ਹੋ ਗਏ, ਬਿਲਕੁਲ ਸ਼ਾਂਤੀ ਹੋ ਗਈ ਉੱਥੇ। ਬਹੁਤ ਸਾਰੇ ਬੱਚੇ ਵੀ ਸੀ ਉਹਨਾਂ ਲੋਕਾਂ ਦੇ ਵਿੱਚ, ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਕੀਤੀ ਕਿ ਉਹਨੂੰ ਆਪਣਾ ਬੱਚਾ ਫੜਾ ਦੇਣ। ਉਹ ਬਾਜ਼ੀਗਰ ਨੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਡਰ ਗਏ? ਹੁਣੇ ਤੇ ਤੁਹਾਨੂੰ ਵਿਸ਼ਵਾਸ ਸੀ ਕਿ ਮੈਂ ਇਹ ਕਰ ਸਕਦਾ, ਤੁਸੀਂ ਸ਼ਰਤਾਂ ਲਾਉਣ ਨੂੰ ਤਿਆਰ ਸੀ, ਮੇਰੇ ਨਾਲ ਫੋਟੋਆਂ ਖਿੱਚ ਰਹੇ ਸੀ। ਉਹ ਬਾਜ਼ੀਗਰ ਨੇ ਫਿਰ ਉਹਨਾਂ ਨੂੰ ਅਸਲ ਕਹਾਣੀ ਦੱਸੀ। ਕਹਿੰਦਾ ਕਿ ਅਸਲ 'ਚ ਇਹ ਤੁਹਾਡਾ ਵਿਸ਼ਵਾਸ ਹੈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਬਿਲੀਵ ਕਹਿੰਦੇ ਹਾਂ, ਬਿਲੀਵ।
ਤੁਹਾਡਾ ਵਿਸ਼ਵਾਸ ਹੈ, ਪਰ ਤੁਹਾਡਾ ਮੇਰੇ ਵਿੱਚ ਭਰੋਸਾ ਨਹੀਂ ਹੈ। ਭਰੋਸਾ ਹੁੰਦਾ ਟਰਸਟ। ਦੋਨਾਂ ਵਿਸ਼ਵਾਸਾਂ ਵਿੱਚ ਫ਼ਰਕ ਹੈ। ਇਹੀ ਆਪਾਂ ਕਹਿੰਦੇ ਹਾਂ ਕਿ ਰੱਬ ਹੈ, ਈਸ਼ਵਰ ਹੈ। ਉਹਦੇ ਤੇ ਸਾਨੂੰ ਵਿਸ਼ਵਾਸ ਹੈ। ਪਰ ਗੱਲ ਸਿਰਫ ਇੰਨੀ ਹੈ ਕਿ you believe in God, but you don't trust him. You believe in God, but you don't trust him. ਸੋ ਆਪਾਂ believe ਕਰਨਾ ਹੈ, ਠੀਕ ਹੈ, ਲੇਕਿਨ ਭਰੋਸਾ ਜਿਹੜਾ ਆਪਾਂ ਕਰਨਾ ਹੈ, ਉਹ ਬੇਅੰਤ ਕਰਨਾ ਹੈ। ਇਹ ਫ਼ਰਕ ਹੁੰਦਾ ਹੈ ਵਿਸ਼ਵਾਸ ਔਰ ਭਰੋਸੇ ਦੇ ਵਿੱਚ। ਸੋ ਇਹ ਕਹਾਣੀ ਤੋਂ ਇਹ ਛੋਟੀ ਜਿਹੀ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਅਸੀਂ ਬਲੀਵ ਕਰ ਲਾਂਗੇ, ਪਰ ਜਿਹੜਾ ਟਰਸਟ ਹੈ ਉਹ ਨਹੀਂ ਹੋਏਗਾ। ਅਸੀਂ ਪਹੁੰਚਣਾ ਟਰਸਟ ਤੱਕ ਹੈ। ਜੇ ਰੱਬ ਦੇ ਵਿੱਚ ਭਰੋਸਾ, ਈਸ਼ਵਰ ਦੇ ਵਿੱਚ ਭਰੋਸਾ ਹੈ, ਤੇ ਸਾਨੂੰ ਚਿੰਤਾ ਨਾ ਹੋਏ, ਸਾਨੂੰ ਕ੍ਰੋਧ ਨਾ ਆਏ, ਸਾਨੂੰ ਸਟ੍ਰੈਸ ਨਾ ਹੋਏ। ਆਹ ਫਰਕ ਹੈ। ਇਸ ਤਰ੍ਹਾਂ ਉਹਦੇ ਨਾਲ, ਅਕਾਲ ਪੁਰਖ ਦੇ ਨਾਲ ਅਸੀਂ ਪਿਆਰ ਪਾਉਣਾ। ਇਹ ਉਹੀ ਪਿਆਰ ਹੈ ਜੋ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪਾਇਆ ਸੀ। ਇਹ ਉਹੀ ਪਿਆਰ ਹੈ। ਗੁਰੂ ਨੇ ਆਵਾਜ਼ ਮਾਰੀ ਹੈ ਤੇ ਚੱਲੀਏ, ਦੇਖੀ ਜਾਓ। ਉਹਨੇ ਸਿਰ ਮੰਗਿਆ, ਗੁਰੂ ਨੇ ਹੀ ਲੈਣਾ, ਠੀਕ ਹੈ, ਸਾਨੂੰ ਭਰੋਸਾ। ਆਓ ਆਪਾਂ ਹੁਣ ਆਪਣੀ ਚੱਲਦੀ ਵਿਚਾਰ ਆਨੰਦ ਬਾਣੀ ਦੀ ਸ਼ੁਰੂ ਕਰਦੇ ਹਾਂ। ਆਪਾਂ ਪਿੱਛੇ 23ਵੀਂ ਪੌੜੀ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਜਾਊਂਗਾ ਉਹਦਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਹੁਣ ਇਹ ਸਾਨੂੰ ਥੋੜਾ ਜਿਹਾ ਸਮਝਣਾ ਪਊਗਾ, ਥੋੜਾ ਜਿਹਾ ਟਾਈਮ ਦੇਣਾ ਪਊਗਾ। ਏਦਾਂ ਨਹੀਂ ਗੱਲ ਬਣਨੀ ਬਈ ਆਪਾਂ ਆਓ ਸਿੱਖ ਸਤਿਗੁਰ ਕੇ ਪਿਆਰੇ ਗਾਓ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀ ਅਸਰ ਬਾਣੀ। ਏਦਾਂ ਇਹਨੂੰ ਪੜ੍ਹ ਕੇ ਨਾ ਲੰਘੀਏ। ਇੱਕੋ ਵਾਰ ਪੜ੍ਹੋ, ਭਾਵੇਂ ਸਾਰੀ ਜ਼ਿੰਦਗੀ 'ਚ ਇੱਕੋ ਵਾਰ ਪੜ੍ਹੋ ਇਹਨੂੰ, ਲੇਕਿਨ ਜੋ ਇਹ ਇੰਸਟਰਕਸ਼ਨ, ਜੋ ਇਹ ਭਾਵਨਾ ਇੱਥੇ ਮਹੱਲਾ ਤੀਜਾ ਦਰਸਾ ਰਹੇ ਹੈ ਆਪਣੀ ਅਕਾਲ ਪੁਰਖ ਦੇ ਪ੍ਰਤੀ, ਆਪਾਂ ਉਹ ਭਾਵਨਾ ਨੂੰ ਸਮਝਣਾ, ਉਹ ਭਾਵਨਾ ਤੱਕ ਅਸੀਂ ਪਹੁੰਚਣਾ, ਆਪਣੇ ਮਨ ਨੂੰ ਉਸ ਭਾਵਨਾ ਤੱਕ ਲੈ ਕੇ ਜਾਣਾ। ਸੋ ਬੜੇ ਪਿਆਰ ਨਾਲ ਮਹੱਲਾ ਤੀਜਾ ਕਹਿ ਰਹੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਆਪਾਂ ਇੱਕ ਲਫ਼ਜ਼ ਬੋਲ ਦਿੰਦੇ ਆ ਜਦੋਂ ਕੋਈ ਸਾਡਾ ਸਨੇਹੀ ਸਾਨੂੰ ਮਿਲਦਾ, ਕੀ ਹਾਲ ਹੈ ਪਿਆਰਿਓ। ਇੱਥੇ ਉਹ ਨਹੀਂ ਹੈ ਚੀਜ਼। ਇੱਥੇ ਕਹਿ ਰਹੇ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਸਤਿਗੁਰੂ ਦੇ ਪਿਆਰ ਵਿੱਚ ਆਓ, ਗਾਵੋ ਸੱਚੀ ਬਾਣੀ। ਇਹ ਚੀਜ਼ ਬੜੀ ਸਾਡੇ ਕੰਮ ਆਉਣੀ ਆ ਅਗਲੀਆਂ ਵਿਚਾਰਾਂ ਦੇ ਵਿੱਚ। ਇੱਕ ਫਾਰਮੂਲਾ ਹੈ, ਗਾਵੋ ਸੱਚੀ ਬਾਣੀ। ਜਿੱਥੇ ਵੀ ਇਸ ਤਰ੍ਹਾਂ ਦਾ ਗੁਣ ਗਾਉਣ ਦਾ ਜ਼ਿਕਰ ਆਏਗਾ, ਉੱਥੇ ਨਾਮ ਅਭਿਆਸ ਵੱਲ ਇਸ਼ਾਰਾ ਹੈ। ਕਿਉਂਕਿ
ਇੱਥੇ ਹੈ ਮਹੱਲੇ ਤੀਜੇ ਦੀ ਬਾਣੀ ਸਾਡੇ ਕੋਲ ਜਿਹੜੀ ਅਸੀਂ ਅੱਜ ਪੜ੍ਹ ਰਹੇ ਹਾਂ, ਤੇ ਉਸ ਵੇਲੇ ਮਹੱਲੇ ਪੰਜਵੇਂ ਦੀ ਬਾਣੀ ਵੀ ਨਹੀਂ ਸੀ, ਮਹੱਲੇ ਚੌਥੇ ਦੀ ਬਾਣੀ ਨਹੀਂ ਸੀ, ਮਹੱਲੇ ਪੰਜਵੇਂ ਦੀ ਬਾਣੀ ਨਹੀਂ ਸੀ, ਮਹੱਲੇ ਨੌਵੇਂ ਦੀ ਬਾਣੀ ਨਹੀਂ ਸੀ। ਤੇ ਸੰਗਤ ਜਿਹੜੀ ਉਹ ਵਿਚਾਰ ਸੁਣਦੀ ਸੀ, ਉਹਨਾਂ ਲਈ ਉਹੀ ਬਾਣੀ ਸਫੀਸ਼ੀਐਂਟ ਸੀ ਜੋ ਗੁਰੂ ਦੇ ਮੁਖਾਰਬਿੰਦ ਤੋਂ ਬਾਹਰ ਆਉਂਦੀ ਸੀ। ਮਤਲਬ ਜੋ ਕਰੰਟ ਉਹਨਾਂ ਨੂੰ ਸੁਣਦੇ ਸੀ ਬੈਠ ਕੇ, ਕਿਉਂਕਿ ਲਿਖਣ ਦਾ ਵੀ ਇੰਨਾ ਜਿਹੜਾ ਇਹ ਸਾਧਨ ਨਹੀਂ ਸੀਗੇ, ਇੰਨਾ ਪ੍ਰਚਲਿਤ ਨਹੀਂ ਸੀ ਲਿਖਣ ਦਾ ਉਸ ਵੇਲੇ ਕੰਮ। ਗੁਰੂ ਸਾਹਿਬ ਹੀ ਲਿਖ ਕੇ ਆਪਣੇ ਕੋਲ ਇਕੱਤਰ ਕਰਦੇ ਸਨ, ਔਰ ਓਨੀ ਕੀ ਬਾਣੀ ਨਾਲ ਸੰਗਤਾਂ ਦਾ ਜਿਹੜਾ ਉਧਾਰ ਹੋ ਰਿਹਾ ਸੀ। ਮੇਰੀ ਭਾਵਨਾ ਨੂੰ ਸਮਝਿਓ, ਕੋਈ ਗਲਤ ਮੀਨਿੰਗ ਨਹੀਂ ਲੈਣਾ ਆਪਾਂ ਇਸ ਚੀਜ਼ ਦਾ, ਸਿਰਫ ਆਪਾਂ ਭਾਵਨਾ ਤੱਕ ਗੱਲ ਕਰਨੀ ਹੈ, ਭਰੋਸੇ ਤੱਕ ਗੱਲ ਕਰਨੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਉਸ ਅਕਾਲ ਪੁਰਖ ਦੇ ਪਿਆਰ ਵਿੱਚ ਆ ਕੇ ਗਾਵੋ ਸੱਚੀ ਬਾਣੀ। ਇਹ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀ। ਹੁਣ ਸਾਡਾ ਜਿਹੜਾ ਜਨਮ ਜਿਹੜਾ ਵੇਸਟ ਹੋ ਜਾਣਾ, ਉਹ ਹੋਣਾ ਨਾਮ ਜਪਣ ਤੋਂ ਬਿਨਾਂ। ਬਾਣੀ ਜੇ ਪੜ੍ਹ ਵੀ ਲਈ, ਜੇ ਉਹਨੂੰ ਆਪਣੇ ਤੇ ਅਪਣਾਇਆ ਨਹੀਂ ਹੈ, ਆਪਣੇ ਅੰਦਰ ਨਹੀਂ ਕੀਤੀ, ਤਾਂ ਵੀ ਜਨਮ ਵੇਸਟ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਜੇ ਇਕੱਲੇ ਪਾਠ ਕਰਦੇ ਰਹੇ, ਇਹ ਤੇ ਪੰਜ ਨਹੀਂ ਜਾਣੇ। ਜੇ ਇਕੱਲੇ ਪਾਠ ਕੀਤੇ ਤੇ ਮਹੱਲਾ ਪੰਜਵਾਂ ਸਾਨੂੰ ਕਈ ਹਜ਼ਾਰਾਂ ਐਗਜ਼ਾਮਪਲਸ ਨੇ ਗੁਰਬਾਣੀ ਦੇ ਵਿੱਚ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਕੀ ਹੋਇਆ? ਅਦਕ ਅਹੰ ਬੁੱਧ ਬਾਧੇ, ਹੋਰ ਵੱਧ ਗਈ ਹਉਮੈ ਵੀ ਮੈਂ ਤੇ ਪਾਠ ਹੀ ਬੜੇ ਕਰਦਾ। ਫਿਰ ਮਹਾਰਾਜ ਕਹਿੰਦੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਹ ਆਪਣੇ ਪਿਆਰਿਆਂ ਨੂੰ ਸਮਝਾ ਰਹੇ ਆ, ਜਿਹੜੇ ਜਿਨ੍ਹਾਂ ਨੂੰ ਸੰਬੋਧਨ ਹੋ ਰਿਹਾ ਉਸ ਵੇਲੇ ਬਾਣੀ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਹੋਏ। ਇੱਥੇ ਕੀ ਕਹਿ ਰਹੇ ਮਹੱਲਾ ਤੀਜਾ, ਕਹਿੰਦੇ ਪਿਆਰੇ ਰਾਰੇ ਨੂੰ ਸਿਹਾਰੀ ਹੋ, ਪਿਆਰ ਦੇ ਵਿੱਚ ਹੋਵੋ, ਪਿਆਰ ਦੇ ਵਿੱਚ ਆਓ, ਗਾਵੋ ਸੱਚੀ ਬਾਣੀ, ਨਾਮ ਜਪੋ, ਸ਼ਬਦ ਅਭਿਆਸ ਕਰੋ। ਫਿਰ ਅੱਗੇ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਸਭ ਤੋਂ ਸ਼੍ਰੋਮਣੀ ਬਾਣੀ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ, ਨਾਮ ਜਪਣਾ। ਪਰ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਨਦਰ, ਨਦਰ ਹੁੰਦਾ ਹੈ ਜੇ ਆਪਾਂ ਕਿਸੇ ਵੱਲ ਦੇਖੀਏ, ਨਜ਼ਰ ਜਿੱਦਾਂ ਹੈ ਨਾ, ਜਿਨ ਕੋ, ਜਿਹਦੇ ਤੇ ਅਕਾਲ ਪੁਰਖ ਦੀ ਦ੍ਰਿਸ਼ਟੀ, ਹੁਣ ਇਹ ਐਕਚੁਅਲ ਦ੍ਰਿਸ਼ਟੀ ਨਹੀਂ ਹੈ, ਇਹ ਹੈ ਕਿਰਪਾ ਦ੍ਰਿਸ਼ਟੀ। ਅੱਗੇ ਲਫ਼ਜ਼ ਹੈ ਕਰਮ, ਬਖਸ਼ਿਸ਼, ਇਹ ਹੈ ਕਿਰਪਾ ਬਖਸ਼ਿਸ਼। ਇਹ ਸਾਰਾ ਕੁਛ ਜਿਹੜਾ ਹੈ, ਨਦਰ, ਕਰਮ, ਬਖਸ਼ਿਸ਼, ਇਹ ਸਾਰਾ ਹੈ ਹੀ ਗੁਰਪ੍ਰਸਾਦ ਹੈ, ਗੁਰਪ੍ਰਸਾਦ। ਇਸੇ ਕਰਕੇ ਉਸ ਲਫ਼ਜ਼ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵੈਰੀ ਵੈਰੀ ਇੰਪੋਰਟੈਂਟ ਵਰਡ, ਔਰ ਇਸ ਚੀਜ਼ ਨੂੰ ਸਾਨੂੰ ਬੇਸਿਕਸ ਸਮਝਣੇ ਪੈਣੇ ਆ ਇਹਦੇ। ਔਰ ਇਹ ਸਾਰਾ ਉਹਦਾ ਹੀ ਰੂਪ ਹੈ, ਨਦਰ ਕਰਮ ਹੋਵੇ, ਇਹ ਸਾਰਾ ਗੁਰਪ੍ਰਸਾਦ ਹੀ ਹੈ। ਹਿਰਦੈ ਤਿਨਾ ਸਮਾਣੀ, ਉਹ ਫਿਰ ਉਹਦੇ ਹਿਰਦੇ ਦੇ ਵਿੱਚ ਸਮਾ ਜਾਂਦੀ ਹੈ ਅਬਲਾਖੀ ਦੇ। ਹਿਰਦੇ ਦੇ ਵਿੱਚ ਸਮਾਉਣ ਤੋਂ ਭਾਵ ਹੈ ਕਿ ਉਹਦੇ ਜ਼ਹਿਨ ਦੇ ਵਿੱਚ ਇਹ ਸੂਝ ਬੂਝ ਗਿਆਨ ਆ ਜਾਂਦਾ ਹੈ ਕਿ ਮੇਰਾ ਨਾਮ ਜਪਣ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਜਦੋਂ ਉਹ ਸ਼ਬਦ ਅਭਿਆਸ ਉਹਦੇ ਅੰਦਰ ਉਤਰਦਾ, ਜਿਸ ਤਰ੍ਹਾਂ ਆਪਾਂ ਰੋਟੀ ਦੀ ਬੁਰਕੀ ਤੋੜ ਕੇ ਜ਼ਬਾਨ ਤੇ ਰੱਖਦੇ ਹਾਂ, ਉਹਨੂੰ ਚਿੱਥਦੇ ਹਾਂ, ਔਰ ਇਹੀ ਜਿਹੜੀ ਜ਼ਬਾਨ ਹੈ, ਇਹ ਉਹ ਚਿੱਥੀ ਹੋਈ ਬੁਰਕੀ ਅੰਦਰ ਕਰ ਦਿੰਦੀ ਹੈ ਢਿੱਡ ਦੇ। ਇਸ ਤਰ੍ਹਾਂ ਹੀ ਜ਼ਬਾਨ ਦੇ ਨਾਲ ਅਸੀਂ ਜਪੀ ਜਾਣਾ, ਜਪੀ ਜਾਣਾ,
ਔਰ ਇੰਨੀ ਪ੍ਰੈਕਟਿਸ ਕਰਨੀ ਹੈ ਕਿ ਇਹ ਨਾਮ ਜਿਹੜਾ ਹੈ ਸਾਡੇ ਹਿਰਦੇ ਦੇ ਅੰਦਰ ਉਤਰ ਜੇ। ਇਸੇ ਕਰਕੇ ਹੀ ਦਿਨ ਰਾਤੀ ਅਰਾਧੋ ਪਿਆਰੋ ਲਿਖਿਆ, ਇੰਨੀ ਪ੍ਰੈਕਟਿਸ ਹੋ ਜਾਂਦੀ ਹੈ, ਅਭਿਆਸੀ ਸੁੱਤੇ ਹੋਏ ਵੀ ਨਾਮ ਜਪ ਸਕਦੇ ਆ। ਸੁੱਤਿਆਂ ਵੀ ਗੁਰ ਸਲਾਹੀਐ, ਉੱਠਦਿਆਂ ਵੀ ਗੁਰ ਅਲਾਓ। ਕੋਈ ਦੂਜੀ ਗੱਲ ਹੈ ਹੀ ਨਹੀਂ ਹੈ। ਅੱਛਾ, ਜਦੋਂ ਇਹ ਹਿਰਦੇ 'ਚ ਸਮਾ ਗਈ ਫੇਰ ਹੈ, ਫੇਰ ਕੀ ਕਲਾ ਵਰਤਦੀ ਹੈ? ਪੀਵੋ ਅੰਮ੍ਰਿਤ। ਉਹ ਫਿਰ ਅੰਮ੍ਰਿਤ ਦੀ ਅਵਸਥਾ ਤੱਕ, ਅੰਮ੍ਰਿਤ ਕੋਈ ਇੱਥੇ ਮਹੱਲਾ ਤੀਜਾ ਉਹਨਾਂ ਦੀ ਬਾਣੀ ਹੈ ਇਹ ਅੰਮ੍ਰਿਤ ਕੋਈ ਐਕਚੁਅਲ ਕੋਈ ਝਰਨਾ ਨਹੀਂ ਹੈ, ਕੋਈ ਜਲ ਨਹੀਂ ਹੈ, ਇਹ ਅੰਮ੍ਰਿਤ ਹੈ ਸਟੇਟ ਆਫ ਮਾਈਂਡ। ਉਸ ਅਵਸਥਾ ਤੱਕ ਉਹਦਾ ਅੰਦਰੋਂ ਦਿਲੋਂ ਦਿਮਾਗ ਇੰਨਾ ਪਵਿੱਤਰ ਹੋ ਜਾਂਦਾ, ਸਦਾ ਰੋ ਹਰ ਰੰਗ। ਉਹ ਉਸ ਸ਼ਬਦ ਦੇ ਰੰਗ, ਹਰ ਇੱਥੇ ਸ਼ਬਦ ਦਾ ਲਖਾਇਕ ਹੈ, ਸ਼ਬਦ ਦੇ ਰੰਗ ਦੇ ਵਿੱਚ ਉਹ ਰੰਗਿਆ ਰਹਿੰਦਾ। ਕਰਦਾ ਕੀ ਹੈ? ਜਪਿਓ ਸਾਰੰਗ ਪਾਣੀ, ਉਸ ਅਕਾਲ ਪੁਰਖ ਨੂੰ ਜਪਦਾ ਰਹਿੰਦਾ। ਕਹੈ ਨਾਨਕ, ਕਹਿੰਦੇ ਮੈਂ ਵੀ ਇਹੋ ਕੰਮ ਕਰਦਾ। ਕਹੈ, ਦੋ ਲਾਵਾਂ ਦਾ ਭਾਵ ਹੈ ਕਿ ਜਿਹੜਾ ਇਹ ਸ਼ਬਦ ਗਿਆਨ ਜਿਹੜਾ ਦੇ ਰਹੇ ਨੇ, ਕਹਿੰਦੇ ਮੈਂ ਵੀ ਉਸ ਅਕਾਲ ਪੁਰਖ ਦੀ ਇਬਾਦਤ ਕਰ ਰਿਹਾ। ਕਿਸ ਤਰ੍ਹਾਂ? ਸਦਾ ਗਾਵੋ ਇਹ ਸੱਚੀ ਬਾਣੀ। ਸੱਚੀ ਬਾਣੀ ਤੋਂ ਭਾਵ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਸੱਚੀ ਬਾਣੀ। ਹੁਣ ਅਗਲਾ ਪਦ ਆ ਜੀ, ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਆਹ ਗੱਲ ਬੜੀ ਇੰਪੋਰਟੈਂਟ ਹੈ। ਇਹਨੂੰ ਇੱਕ ਤਰੀਕੇ ਦੇ ਨਾਲ ਆਪਾਂ ਬੜੇ ਪਿਆਰ ਦੇ ਨਾਲ, ਅੱਜ ਥੋੜੀ ਜਿਹੀ ਡਿਫਰੈਂਟ ਗੱਲ ਹੋਣੀ ਹੈ। ਇਹ ਜੋ ਚੱਲ ਰਿਹਾ, ਜੋ ਸਾਨੂੰ ਪ੍ਰਚਾਰਿਆ ਗਿਆ ਉਸ ਤਰ੍ਹਾਂ ਨਹੀਂ ਹੈ ਇਹ, ਪਰ ਥੋੜਾ ਜਿਹਾ ਦਿਲ ਖੋਲ ਕੇ ਆਪਾਂ ਇਹਨੂੰ ਐਕਸੈਪਟ ਕਰਨਾ, ਆਪਾਂ ਇਹਨੂੰ ਸਮਝਣਾ। ਆਪਾਂ ਬਾਣੀ ਦੀ ਮਦਦ ਵੀ ਲਵਾਂਗੇ, ਆਪਾਂ ਬਾਣੀ ਦੇ ਬਾਕੀ ਸ਼ਬਦ ਵੀ ਵਿੱਚ ਲਵਾਂਗੇ ਇਹਦੇ, ਤਾਂ ਜੋ ਇਹ ਚੀਜ਼ ਜਿਹੜੀ ਹੈ ਇਹ ਸਾਨੂੰ ਅੱਜ ਕਲੀਅਰ ਹੋ ਜਾਏ। ਸੋ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹ ਕੀ ਗੱਲ ਹੋਈ? ਸਤਿਗੁਰੂ ਸ਼ਬਦ ਹੋ ਗਿਆ, ਨਾਮ ਹੋ ਗਿਆ, ਨਾਮ ਦਾ ਜਪਣਾ ਹੋ ਗਿਆ, ਉਸ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਹੁਣ ਇੱਥੇ ਅਰਥ ਸਾਨੂੰ ਦਿੱਤੇ ਨੇ, ਅਸੀਂ ਉਹਨੂੰ ਨਿੰਦਦੇ ਨਹੀਂ ਆ, ਉਹਨਾਂ ਨੇ ਵੀ ਸਾਡੀ ਮਦਦ ਕੀਤੀ ਹੈ। ਅਸੀਂ ਇਹੀ ਪੜ੍ਹ ਕੇ ਆਪਣੀ ਮਦਦ ਆਪ ਕੀਤੀ। ਫਿਰ ਅੱਗੇ, ਇਸ ਤੋਂ ਅੱਗੇ ਅਸੀਂ ਆਪਣੀ ਮਿਹਨਤ ਕੀਤੀ, ਫਿਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੋਈ ਹੈ। ਹੁਣ ਆਪਾਂ ਇਹਨੂੰ ਪੜ੍ਹਦੇ ਹਾਂ। ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਗੁਰੂ ਆਸ਼ੇ ਤੋਂ ਉਲਟ ਬਾਣੀ ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਰਾਈਟ, ਠੀਕ ਹੈ। ਆਪਾਂ ਇਸ ਚੀਜ਼ ਨੂੰ ਜਰਾ ਖੋਲੀਏ। ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ ਵੀ ਛੋਟਾ ਬੱਚਾ ਜਦੋਂ ਗਿਆਨ ਲੈਣਾ ਸ਼ੁਰੂ ਕਰਦਾ, ਆਪਣੀ ਦੁਨਿਆਵੀ ਪੜ੍ਹਾਈ ਲੈਣਾ ਸ਼ੁਰੂ ਕਰਦਾ, ਇਹ ਪੁਰਾਣੀ ਬੋਲੀ ਹੈ। ਪਹਿਲਾਂ ਜਿਸ ਤਰ੍ਹਾਂ ਇੱਕ ਕਲਾਸ ਹੁੰਦੀ ਹੈ ਨਾ, ਉਹਨੂੰ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਸੀ ਕੱਚੀ ਜਮਾਤ ਹੈ, ਕੱਚੀ ਚ ਹੈ ਇਹ ਬੱਚਾ, ਹਾਲੀ ਕੱਚੀ ਚ ਹੈ। ਕੱਚੀ ਤੋਂ ਬਾਅਦ ਫਿਰ ਪਹਿਲੀ, ਫਿਰ ਦੂਜੀ, ਫਿਰ ਅੱਗੇ ਵੱਧਦਾ ਹੈ ਨਾ। ਦੂਸਰੀ ਐਗਜ਼ਾਮਪਲ ਆਪਾਂ ਇਹ ਲੈਂਦੇ ਹਾਂ ਕਿ ਸਾਡੇ ਜਦੋਂ ਨਿੱਕੇ ਹੁੰਦੇ ਅਸੀਂ ਰਹਿੰਦੇ ਤੇ ਸ਼ਹਿਰ ਸੀ ਪਟਿਆਲੇ, ਤੇ ਜਦੋਂ ਪਿੰਡ ਜਾਣਾ, ਸਾਡੇ ਬਿਲਕੁਲ ਉਸੇ ਪਿੰਡ ਦੇ ਵਿੱਚ ਜ਼ਮੀਨ ਦੇ ਨਾਲ ਹੀ ਭੱਠਾ ਸੀ। ਉੱਥੇ ਮਜ਼ਦੂਰਾਂ ਨੇ, ਪਿੰਡ ਦੇ ਮਜ਼ਦੂਰ ਹੁੰਦੇ ਸੀ, ਜਾਣਦੇ ਸੀ ਸਾਰੇ, ਉਹਨਾਂ ਨੇ ਉਹ ਕੰਮ-ਕੁੰਮ ਕਰਦੇ ਹੋਣਾ, ਇੱਟਾਂ ਬਣਾਉਣ। ਉਹਨੇ ਕਹਿਣਾ ਇੱਧਰ ਨਾ ਜਾਇਓ, ਇਹ ਇੱਟਾਂ ਹਾਲੀ ਕੱਚੀਆਂ ਨੇ, ਹੈ ਤੇ ਇਹ ਇੱਟਾਂ ਹੀ ਨੇ, ਪਰ ਹਾਲੀ ਇਹ ਕੱਚੀਆਂ ਨੇ। ਹੁਣ ਆਪਾਂ ਆਪਣੀ ਇਸ ਭਾਵਨਾ ਵੱਲ ਆਉਂਦੇ ਹਾਂ, ਜੋ ਆਪਾਂ ਗਿਆਨ ਪੜ੍ਹ ਰਹੇ ਹਾਂ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹਦਾ ਭਾਵ ਕੀ ਹੋਇਆ ਫਿਰ? ਇਹਦਾ ਭਾਵ ਇਹ ਹੋਇਆ ਕਿ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ, ਪਰ ਹਲੇ ਅਸੀਂ ਪ੍ਰਕਾਸ਼ ਤੋਂ ਦੂਰ ਹਾਂ, ਸਤਿਗੁਰੂ ਪ੍ਰਗਟ ਨਹੀਂ ਆ ਅੰਦਰ, ਇਸ ਕਰਕੇ ਅਸੀਂ ਕੱਚੇ ਹਾਂ। ਰਾਈਟ? ਇਹਨੂੰ ਇਹ ਨਹੀਂ ਹੈ ਕਿ ਇਸ ਬਾਣੀ ਤੋਂ ਬਿਨਾਂ ਸਾਰਾ ਕੁਝ ਕੱਚਾ ਹੈ। ਆਪਾਂ ਹੁਣ ਪਿੰਡੀ ਥਾਈਂ ਜਿਹੜੇ ਪੁਰਾਣੇ
ਪ੍ਰਚਾਰਕ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਅੱਜ-ਕੱਲ੍ਹ ਸੰਤ ਕਹਿਣ ਲੱਗ ਗਏ ਨੇ, ਇਹ ਧਾਰਨਾਵਾਂ ਪੜ੍ਹ-ਪੜ੍ਹ ਕੇ ਹੀ ਸੰਗਤ ਨੂੰ ਨਾਮ ਬਾਣੀ ਵਾਲੇ ਪਾਸੇ ਲੈ ਕੇ ਆਉਂਦੇ ਸੀ। ਗੱਲ ਤੇ ਉਹ ਵੀ ਪਰਮਾਤਮਾ ਦੀ ਕਰਦੇ ਸੀ। ਸਾਖੀਆਂ ਸੁਣਾਉਣੀਆਂ, ਅਖੀਰ ਨੂੰ ਉਹਨਾਂ ਨੇ ਲੈ ਕੇ ਆਉਣਾ ਕਿ ਹਾਂਜੀ ਭਾਈ ਨਾਮ ਜਪੋ, ਹਾਂਜੀ ਭਾਈ ਗੁਰਬਾਣੀ ਪੜ੍ਹੋ। ਹਾਂਜੀ, ਸਤਿਗੁਰੂ ਬਿਨਾਂ ਜਿੰਨਾ ਚਿਰ ਤੱਕ ਅੰਦਰ ਪ੍ਰਕਾਸ਼ ਨਹੀਂ ਹੋਇਆ, ਅਸੀਂ ਜੋ ਬੋਲ ਰਹੇ ਹਾਂ, ਅਸੀਂ ਹਲੇ ਕੱਚੀ ਸਟੇਜ ਦੇ ਵਿੱਚ ਹਾਂ। ਬਾਣੀ ਤਾਂ ਕੱਚੀ, ਸਤਿਗੁਰੂ ਵੱਲ ਹੋਰ ਪੱਕਾ ਕਰਦੇ ਆ। ਇਹ ਗੱਲਾਂ ਅੱਗੇ ਆਉਣਗੀਆਂ, ਕੋਈ ਨਹੀਂ। ਅਜੇ ਸ਼ਾਇਦ ਸਾਡਾ ਟਰਸਟ ਨਾ ਬਣੇ ਇਸ ਮੀਨਿੰਗ ਦੇ ਉੱਤੇ, ਪੂਰਾ ਭਰੋਸਾ ਨਾ ਬਣੇ, ਲੇਕਿਨ ਬਿਲੀਵ ਆਪਾਂ ਕਰ ਰਹੇ ਹਾਂ ਹਲੇ, ਹੈ ਨਾ, ਵੀ ਇਹ ਕੀ ਗੱਲ। ਇਹ ਚੀਜ਼ਾਂ ਅੱਗੇ ਆਉਣਗੀਆਂ, ਸਾਰਾ ਕੁਛ ਇਹ ਸਟੈਪ ਬਾਏ ਸਟੈਪ ਖੁੱਲਦਾ ਜਾਣਾ, ਦੇਖਿਓ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ। ਅੰਦਰ ਹਾਲੇ ਪ੍ਰਕਾਸ਼ ਨਹੀਂ ਹੈ, ਪ੍ਰਗਟ ਨਹੀਂ ਹੋਇਆ, ਹੋਰ ਕੱਚੀ ਬਾਣੀ। ਆਪਾਂ ਜੋ ਬੋਲ ਰਹੇ ਹਾਂ, ਉਹ ਹਲੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਰ ਰਹੇ ਹਾਂ, ਲੇਕਿਨ ਕੋਈ ਪ੍ਰਕਾਸ਼ ਨਹੀਂ ਹੈ ਅੰਦਰ। ਮਾਇਆ ਤੋਂ ਅਸੀਂ ਦੂਰ ਨਹੀਂ ਹੋਏ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੂਰੇ ਪ੍ਰਬਲ ਨੇ ਅੰਦਰ। ਪਰ ਬੋਲਤੇ ਰਹੇ ਹਾਂ ਅਸੀਂ ਵਾਹਿਗੁਰੂ, ਵਾਹਿਗੁਰੂ। ਕਿਉਂ? ਕਿਉਂਕਿ ਅਸੀਂ ਹਲੇ ਕੱਚੀ 'ਚ ਹਾਂ, ਕੱਚੀ 'ਚ ਪੜ੍ਹ ਰਹੇ ਹਾਂ ਹਲੇ। ਹਲੇ ਇੱਟਾਂ ਜਿਹੜੀਆਂ ਨੇ ਉਹ ਕੱਚੀਆਂ ਨੇ, ਹੈ ਇੱਟਾਂ ਨੇ। ਮਿਹਨਤ ਸ਼ੁਰੂ ਹੋ ਗਈ ਹੈ, ਨਾਮ ਉਹਨਾਂ ਦਾ ਬਣ ਗਿਆ ਵੀ ਹਾਂਜੀ ਇਹ ਭਗਤੀ ਸ਼ੁਰੂ ਹੋ ਗਈ ਹੈ, ਲੇਕਿਨ ਹਲੇ ਅਸੀਂ ਕੱਚੀ ਸਟੇਜ ਦੇ ਵਿੱਚ ਹਾਂ। ਕੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਲੇ ਅਸੀਂ ਸੁਣਨ ਦੀ ਅਵਸਥਾ ਤੱਕ ਨਹੀਂ ਪਹੁੰਚੇ, ਕੱਚੇ ਹਾਂ। ਕਹਿ ਰਹੇ ਹਾਂ, ਪ੍ਰਕਾਸ਼ ਨਹੀਂ ਆ ਅੰਦਰ, ਸਤਿਗੁਰੂ ਪ੍ਰਗਟ ਨਹੀਂ ਆ, ਕੱਚੇ ਹਾਂ। ਕੱਚੀ ਆਖ ਵਖਾਣੀ, ਔਰ ਅਸੀਂ ਦੂਜਿਆਂ ਨੂੰ ਵੀ ਦੱਸ ਰਹੇ ਹਾਂ ਵੀ ਭਾਈ ਬਾਣੀ ਪੜ੍ਹੋ, ਭਾਈ ਅੰਮ੍ਰਿਤ ਛਕੋ, ਉਹ ਵੀ ਕੱਚੇ ਹਾਂ ਅਸੀਂ, ਕਿਉਂਕਿ ਅਸੀਂ ਆਪ ਨਹੀਂ ਅਜੇ ਉਹ ਜਿਹੜਾ ਆਤਮਕ ਅੰਮ੍ਰਿਤ ਹੈ, ਹਲੇ ਅਸੀਂ ਆਪ ਨਹੀਂ ਛਕਿਆ। ਹੁਣ ਇਹ ਚੀਜ਼ ਹੋਵੇ ਕਿੱਦਾਂ? ਇਹ ਪੱਕੀ ਕਿੱਦਾਂ ਹੋਵੇ? ਕਹਿੰਦੇ ਹਰ ਹਰ ਨਿਤ ਕਰੇ ਰਸਨਾ, ਕਹਿੰਦੇ ਟਰਸਟ ਨਾ ਗਵਾਈ। ਸ਼ੁਰੂਆਤ ਕਰ ਦਿੱਤੀ ਹੈ, ਲੱਗਿਆ ਰਹੋ ਬਸ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਕਹਿਆ ਕਛੂ ਨਾ ਜਾਣੀ। ਜੇ ਕੁਛ ਨਾ ਵੀ ਪਤਾ ਲੱਗੇ, ਕੁਛ ਨਾ ਵੀ ਸਵਾਦ ਆਵੇ, ਪਰ ਇੱਕ ਕਹਿਣੋ ਨਾ ਹਟੀ। ਹਰ ਹਰ ਨਿਤ ਕਰੇ ਰਸਨਾ। ਅੱਛਾ, ਕਹਿੰਦੇ ਚਿੱਤ ਜਿਨ ਕਾ ਹਿਰ ਲਿਆ ਮਾਇਆ। ਨਾਮ ਜਪ ਰਹੇ ਹੈ, ਬਾਣੀ ਵੀ ਪੜ੍ਹ ਰਹੇ ਹੈ, ਪਰ ਉਹਨਾਂ ਦਾ ਚਿੱਤ ਹਲੀ ਮਾਇਆ ਦੇ ਵਿੱਚ ਹੈ। ਹੁਣ ਇਹ ਦੇਖੋ ਸਟੈਪ ਬਾਏ ਸਟੈਪ ਖੁੱਲਦਾ ਜਾਣਾ। ਕਿਉਂ ਕੱਚੇ ਹਾਂ ਅਸੀਂ? ਅਸੀਂ ਪਾਠ ਵੀ ਕਰ ਰਹੇ ਹਾਂ, ਅਸੀਂ ਬਾਣੀ ਵੀ ਪੜ੍ਹ ਰਹੇ ਹਾਂ, ਅਸੀਂ ਨਾਮ ਵੀ ਜਪ ਰਹੇ ਹਾਂ, ਪਰ ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਇਹ ਬਿਲਕੁਲ ਉਹੀ ਗੱਲ ਆ ਗਈ ਹੈ ਕਿ ਬਾਜ਼ੀਗਰ ਦੇ ਜਿਹੜਾ ਕਰਤੱਵ ਹੈ, ਜਦੋਂ ਉਹਦਾ ਆਪਣਾ ਬੱਚਾ ਉਹਦੇ ਮੋਢਿਆਂ ਤੇ ਬੈਠਾ ਹੈ, ਲੋਕੀ ਤਾੜੀਆਂ ਮਾਰ ਰਹੇ ਆ ਬਈ ਵਾਹ। ਤੇ ਜਦੋਂ ਉਹਨੇ ਆ ਕੇ ਪੁੱਛਿਆ ਵੀ ਹੁਣ ਮੈਨੂੰ ਆਪਣਾ ਬੱਚਾ ਦਿਓ, ਉਹ ਮੈਂ ਲੈ ਕੇ ਫਿਰ ਇਹ ਰਸਤਾ ਦੁਬਾਰਾ ਤੈਅ ਕਰਾਂਗਾ, ਤਾਰ ਦੇ ਉੱਤੇ ਚੱਲਾਂਗਾ, ਤੇ ਕੋਈ ਨਾ ਬੋਲਿਆ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਲਾਲਚ ਹੈ ਮਨ ਦੇ ਅੰਦਰ। ਮਨ ਦੇ ਅੰਦਰ ਅਟੈਚਮੈਂਟ ਹੈ, ਲਾਲਚ ਨਹੀਂ, ਸੌਰੀ ਖਿਮਾ ਕਰਿਓ, ਅਟੈਚਮੈਂਟ, ਮੋਹ ਦੀ ਜਿਹੜੀ ਹੈ ਪਕੜ ਹੈ। ਬਿਲੀਵ ਤੇ ਹੈ, ਪਰ ਟਰਸਟ ਨਹੀਂ ਹੈ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਬੜੀ ਬੜੀ ਰਵਾਨਗੀ ਦੇ ਨਾਲ ਉਹ ਬਾਣੀ ਪੜ੍ਹਦੇ ਹੈ, ਰਵਾਨਗੀ ਦੇ ਨਾਲ ਨਾਮ ਜਪਦੇ ਹੈ, ਪਰ ਚਿੱਤ ਹਲੀ ਮਾਇਆ ਦੇ ਵਿੱਚ ਹੈ, ਕੱਚੇ ਆ ਜੇ। ਆਹ ਚੀਜ਼ ਹੈ, ਆਹ ਚੀਜ਼ ਸਾਨੂੰ ਸਮਝਾਈ ਇੱਥੇ ਮਹੱਲੇ ਤੀਜੇ ਨੇ। ਅਸੀਂ ਆਪਣੇ ਤੇ ਲਾ ਕੇ ਗੱਲ ਕਰੀਏ। ਕਹਿੰਦੇ ਕਹੈ ਨਾਨਕ, ਕਹਿੰਦੇ ਮੈਂ ਤੇ ਹੁਣ ਇਹੀ ਇਬਾਦਤ ਕਰ ਰਿਹਾ। ਸਤਿਗੁਰੂ ਬਾਝੋਂ, ਜਿੰਨਾ ਚਿਰ ਸਤਿਗੁਰੂ ਅੰਦਰ ਪ੍ਰਗਟ ਨਹੀਂ ਹੋਇਆ, ਹੋਰ ਕੱਚੀ ਬਾਣੀ। ਜੋ ਅਸੀਂ ਬੋਲ ਰਹੇ ਹਾਂ, ਕਹਿ ਰਹੇ ਹਾਂ, ਸੁਣ ਰਹੇ ਹਾਂ, ਸਭ ਕੱਚਾ ਹੀ ਹੈ। ਕਿਉਂਕਿ ਹਲੇ
ਸਾਡਾ ਬਿਲੀਫ ਤੇ ਬਣ ਗਿਆ, ਟਰਸਟ ਨਹੀਂ ਬਣਿਆ। ਟਰਸਟ ਉਦੋਂ ਬਣਨਾ ਜਦੋਂ ਮੋਹ ਦੀਆਂ ਤੰਦਾਂ ਟੁੱਟਣਗੀਆਂ ਤੇ ਉਹੀ ਪਿਆਰ ਜਿਹੜਾ ਹੈ ਅਕਾਲ ਪੁਰਖ ਦੇ ਨਾਲ ਪਏਗਾ, ਸ਼ਬਦ ਦੇ ਨਾਲ, ਅਭਿਆਸ ਦੇ ਨਾਲ ਉੱਥੇ ਤੱਕ ਪਹੁੰਚਾਂਗੇ, ਉਹ ਅਵਸਥਾ ਆਏਗੀ ਸਾਡੀ। ਸੋ ਇੱਥੇ ਆ ਸਾਨੂੰ ਸਮਝਾਇਆ। ਹੁਣ ਇਹਨੂੰ ਸਟੈਪ ਬਾਏ ਸਟੈਪ ਇੱਕ ਵਾਰੀ ਫੇਰ ਪੜ੍ਹ ਲਓ, ਨੋਟ ਕਰ ਲਿਓ, ਕਿਉਂਕਿ ਇਹ ਚੀਜ਼ ਅੱਜ ਤੱਕ ਨਹੀਂ ਖੁੱਲੀ। ਇਹ ਬਾਪੂ ਜੀ ਹੋਰਾਂ ਨੇ, ਭਾਈ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਆਪਣੀ ਸੰਗਤ ਬਖਸ਼ ਕੇ, ਗੁਰੂ ਸਾਹਿਬ ਨੇ ਪਹਿਲੀ ਗੱਲ ਕਿਰਪਾ ਕੀਤੀ। ਉਹ ਸਾਡੇ ਫਾਦਰ ਸਾਹਿਬ ਦੇ ਟੀਚਰ ਸਨ। ਸਾਡੇ ਤੇ ਇਹ ਬਖਸ਼ਿਸ਼ ਹੋਈ ਵੀ ਸਾਡੇ ਕੋਲ ਸਾਡੇ ਫਾਦਰ ਸਾਹਿਬ ਵੀ ਸੀ, ਉਹਨਾਂ ਦੇ ਵੀ ਟੀਚਰ ਇੱਥੇ ਡਿਟਰੋਇਟ ਹੀ ਰਹਿੰਦੇ ਆ। ਹੀ ਇਜ਼ ਨੀਅਰਲੀ 94, 95 ਨਾਓ, ਪਰ ਹਾਲੇ ਤੱਕ ਉਹ ਸ਼ਬਦ ਅਭਿਆਸ ਦੇ ਵਿੱਚ ਰੁੱਝੇ ਹੋਏ ਨੇ। ਹੁਣ ਇਸ ਚੀਜ਼ ਨੂੰ ਦੁਬਾਰਾ ਪੜ੍ਹੀਏ ਆਪਾਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਜਦੋਂ ਤੱਕ ਅੰਦਰ ਪ੍ਰਕਾਸ਼ ਨਹੀਂ ਹੈ, ਅਸੀਂ ਹਲੇ ਕੱਚੇ ਹਾਂ। ਜੋ ਅਸੀਂ ਬੋਲ ਰਹੇ ਹਾਂ, ਕਹਿ ਰਹੇ ਹਾਂ, ਸੁਣ ਰਹੇ ਹਾਂ, ਕੱਚਾ ਹੈ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਫਿਰ ਦੋਹਰ ਪਾ ਕੇ ਕਹਿ ਰਿਹਾ ਕਿ ਜਦੋਂ ਤੱਕ ਅੰਦਰ ਪ੍ਰਗਟ ਨਹੀਂ ਹੋਇਆ, ਅਸੀਂ ਜੋ ਬੋਲ ਰਹੇ ਹਾਂ ਹਲੇ ਕੱਚੀ 'ਚ ਹੀ ਬੈਠੇ ਹਾਂ। ਹਲੇ ਕੱਚੀ, ਅਜੇ ਸਟਾਰਟਿੰਗ ਹੈ ਸਾਡੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਜੇ ਅਸੀਂ ਕਹਿ ਰਹੇ ਹਾਂ, ਜੇ ਅਸੀਂ ਸੁਣ ਰਹੇ ਹਾਂ ਔਰ ਅਸੀਂ ਉਹਦਾ ਵਿਖਿਆਨ ਵੀ ਕਰ ਰਹੇ ਹਾਂ, ਉਹ ਹਲੇ ਅਸੀਂ ਕੱਚੇ ਹਾਂ। ਕਿਉਂਕਿ ਉਹ ਕਲਾ ਜਿਹੜੀ ਅਸੀਂ ਦੱਸ ਰਹੇ ਹਾਂ, ਬਾਣੀ ਦੀ ਉੱਚ ਹੱਦੀ ਵੈਣ ਜਿਹੜੇ ਅਸੀਂ ਪ੍ਰਚਾਰ ਰਹੇ ਹਾਂ, ਉਹ ਹਲੇ ਅਸੀਂ ਸਾਡੇ ਆਪਣੇ ਤੇ ਨਹੀਂ ਵਰਤੇ ਉਹ। ਅੱਛਾ, ਕਿਉਂ ਨਹੀਂ ਵਰਤੇ? ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਚਿੱਤ ਹਲੀ ਮਾਇਆ ਦੇ ਵਿੱਚ ਹੈ, ਪਿਆਰ ਪਰਮਾਤਮਾ ਨਾਲ ਬਣਿਆ ਨਹੀਂ ਹੈ। ਤੇ ਬੜੀ ਰਵਾਨਗੀ ਦੇ ਨਾਲ ਅਸੀਂ ਨਾਮ ਵੀ ਜਪ ਰਹੇ ਹਾਂ, ਬਾਣੀ ਵੀ ਪੜ੍ਹ ਰਹੇ ਹਾਂ। ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਉਹਨਾਂ ਚਿਰ ਤੱਕ ਕੱਚੇ ਹੀ ਰਵਾਂਗੇ ਜਿੰਨਾ ਚਿਰ ਅੰਦਰ ਪ੍ਰਕਾਸ਼ ਨਹੀਂ ਹੁੰਦਾ। ਮੋਹ ਤੋਂ ਅਸੀਂ ਟੁੱਟਦੇ ਨਹੀਂ ਹਾਂ। ਸਾਡਾ ਭਰੋਸਾ ਨਹੀਂ ਬਣਦਾ ਵੀ ਅਸੀਂ ਇੱਕ ਰੱਬ ਨੂੰ ਮੰਨੀਏ। ਸਾਡਾ ਭਰੋਸਾ ਨਹੀਂ ਬਣਦਾ ਵੀ ਅਸੀਂ ਇੱਕ ਅੱਖਰ ਦਾ ਜਪਣਾ ਕਰੀਏ, ਇੱਕ ਸ਼ਬਦ ਦਾ ਜਪਣਾ ਕਰੀਏ। ਇਹ ਹੈ 24ਵਾਂ ਅੰਕ। 25ਵਾਂ ਅੰਕ ਅੱਗੇ ਚੱਲਦਾ ਜੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਹੁਣ ਇਹ ਅਵਸਥਾ ਬਣਨੀ ਹੈ ਜਦੋਂ, ਉਦੋਂ ਪਤਾ ਲੱਗਣਾ। ਐਕਚੁਅਲ ਸਾਡੇ ਅੱਖਾਂ ਦੇ ਸਾਹਮਣੇ ਡਾਇਮੰਡ ਨਹੀਂ ਹੈ, ਹੀਰੇ ਨਹੀਂ ਹੈ, ਪਰ ਇਹ ਜਿਹੜਾ ਸ਼ਬਦ ਹੈ, ਇੰਨੀ ਅਮੋਲਕ ਚੀਜ਼ ਹੈ। ਇਹਦੇ ਵਿੱਚ ਪ੍ਰਮਾਤਮਾ ਦੀਆਂ ਵਡਿਆਈਆਂ ਨੇ, ਹੀਰੇ। ਸ਼ਬਦ ਜਿਹੜਾ ਆਪ ਹੀ ਇੱਕ ਰਤਨ ਹੈ, ਉਸੇ ਸ਼ਬਦ ਦੇ ਵਿੱਚ ਪ੍ਰਮਾਤਮਾ ਦੀਆਂ ਵਡਿਆਈਆਂ ਹੀਰੇ ਰੂਪੀ ਜੜੀਆਂ ਪਈਆਂ ਨੇ। ਕਿਉਂਕਿ ਉਸੇ ਸ਼ਬਦ ਤੋਂ ਸਾਰਾ ਕੁਝ ਨਿਕਲਣਾ। ਬਾਬੇ ਨਾਨਕ ਕੋਲ ਗੁਰੂ ਗ੍ਰੰਥ ਸਾਹਿਬ ਨਹੀਂ ਸੀ। ਉਹਨਾਂ ਨੇ ਸਟਾਰਟ ਕਿੱਥੋਂ ਕੀਤਾ? ਇਸ ਗੱਲ ਨੂੰ ਪੋਜ਼ਿਟਿਵਲੀ ਲੈਣਾ, ਨੈਗੇਟਿਵ ਨਹੀਂ ਸੋਚਣਾ ਵੀ ਆਪਾਂ ਕੀ ਬੋਲ ਰਹੇ ਹਾਂ, ਕੀ ਸੁਣ ਰਹੇ ਹਾਂ। ਬਾਬੇ ਨਾਨਕ ਕੋਲ ਸ਼ਬਦ ਸੀ, ਸ਼ਬਦ ਦੀ ਉਹਨਾਂ ਨੂੰ ਦਾਤ ਹੋਈ। ਫਿਰ ਇਲਾਹੀ ਜਿਹੜੀ ਅਕਾਲ ਪੁਰਖ ਨੇ ਉਹਨਾਂ ਨੂੰ ਚੀਜ਼ ਦਿੱਤੀ, ਪਹਿਲੀ ਜਪ ਬਾਣੀ। ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜਿਹੜਾ ਕਲਾਮ ਹੈ, ਇਹ ਅਕਾਲ ਪੁਰਖ ਦਾ ਆਪਣਾ ਕਲਾਮ ਹੈ। ਇਸ ਕਲਾਮ ਦੇ ਉੱਪਰ ਕੋਈ ਮਹੱਲਾ ਨਹੀਂ ਲਿਖਿਆ, ਕੋਈ ਰਾਗ ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ। ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ, ਇਹਨਾਂ ਦੀ ਖੋਜ ਸਾਨੂੰ ਕਰਨੀ ਪਊਗੀ। ਇਹ ਅਕਾਲ ਪੁਰਖ ਦਾ ਆਪਣਾ ਕਲਾਮ ਹੈ, ਜਿਹੜਾ ਬਾਬੇ ਨਾਨਕ ਨੂੰ ਆਇਆ, ਬਾਬੇ ਨਾਨਕ ਦੀ ਛਾਪ ਹੇਠ ਆਇਆ।
ਉਹ ਤਾਂ ਆਇਆ ਵੀ ਉਹ ਸ਼ਬਦ ਦੇ ਵਿੱਚ ਰੰਗੇ ਹੋਏ ਸੀ, ਰੱਤੇ ਹੋਏ ਸੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਹ ਸ਼ਬਦ ਰੂਪੀ ਹੀਰਾ ਕੋਈ ਮਾਮੂਲੀ ਚੀਜ਼ ਨਹੀਂ ਹੈ। ਇਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਦੁਨੀਆ 'ਚ ਕੋਈ ਬੰਦਾ ਇਲਾਜ ਕਰਕੇ ਦੱਸ ਦੇ ਕਾਮ ਦਾ, ਕਾਮ ਦਾ ਇਲਾਜ ਕੋਈ ਡਾਕਟਰ ਕਰਕੇ ਦੱਸ ਦੇ ਬਈ ਇਨਸਾਨ ਨੂੰ ਕਾਮ ਦਾ ਰੋਗ ਨਾ ਚਿੰਬੜੇ। ਕ੍ਰੋਧ ਦਾ ਇਲਾਜ ਕੋਈ ਕਰਕੇ ਦੱਸ ਦੇ, ਕੋਈ ਜਾਦੂਗਰ ਹੋਵੇ, ਕੋਈ ਕੈਸਾ ਬੰਦਾ ਹੋਵੇ, ਉਹ ਕਿਸੇ ਹੋਰ ਦਾ ਕ੍ਰੋਧ ਰੋਕ ਕੇ ਦੱਸ ਦੇ ਜਾਂ ਕਾਮ ਰੋਕ ਕੇ ਦੱਸ ਦੇ। ਲੋਭ, ਮੋਹ, ਹੰਕਾਰ ਰੋਕ ਕੇ ਦੱਸ ਦੇ। ਇਹ ਸ਼ਬਦ ਦੀ ਤਾਕਤ ਹੈ, ਜਿਹਨੂੰ ਸਾਰੀ ਦੁਨੀਆ ਯੁੱਗਾਂ ਯੁਗਾਂਤਰਾਂ ਤੋਂ ਲੱਭਦੀ ਆਈ ਹੈ ਕਿ ਅਸੀਂ ਮਾਇਆ ਨਾਲੋਂ ਟੁੱਟੀਏ, ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲੋਂ ਟੁੱਟੀਏ। ਉਹ ਇਹ ਰਤਨ ਹੈ, ਇਹ ਸ਼ਬਦ ਹੈ। ਇਹਦੇ 'ਚ ਟਰਸਟ ਬਣਾਓ ਆਪਣਾ, ਟਰਸਟ ਬਣਾਓ। ਬਿਲੀਵ ਨਾ ਕਰੋ ਕੱਲਾ, ਟਰਸਟ ਬਣਾਓ ਇਹਦੇ 'ਚ। ਹੀਰੇ ਜਿੱਤ ਜੜਾਓ, ਫਿਰ ਵਡਿਆਈਆਂ ਉਸ ਅਕਾਲ ਪੁਰਖ ਦੀਆਂ ਇਹਦੇ ਵਿੱਚ ਜੜੀਆਂ ਪਈਆਂ ਨੇ। ਉਹ ਜਿਉਂ-ਜਿਉਂ ਰਾਮ ਕਹੇ ਜਨ ਉੱਚੇ, ਚੜ੍ਹਾਈ ਹੋਣੀ ਹੈ, ਅੰਦਰੇ ਅੰਦਰ ਅਵਸਥਾ ਵੱਧਦੀ ਜਾਣੀ ਹੈ। ਅੰਦਰੇ ਅੰਦਰ ਅਵਸਥਾ ਵੱਧਦੀ ਜਾਣੀ ਹੈ। ਸਾਫ਼ ਪਾਕ ਹੁੰਦੇ ਜਾਣਾ ਅਸੀਂ। ਔਰ ਇਸੇ ਸ਼ਬਦ ਨੇ ਸਾਨੂੰ ਇੰਨਾ ਕੁ ਘੜ ਕੇ ਰੱਖ ਦੇਣਾ ਕਿ ਅਸੀਂ ਉਸ ਅਕਾਲ ਪੁਰਖ ਦੇ ਵਿੱਚ ਸਮਾਉਣ ਜੋਗੇ ਹੋ ਜਾਣਾ, ਉਹਦਾ ਰੂਪ ਬਣ ਜਾਣਾ, ਉਹਦਾ ਹੀ ਰੂਪ ਬਣ ਜਾਣਾ। ਸੋ ਇਹ ਖਾਲੀ ਕਹਿਣ ਦਾ ਮਤਲਬ ਹੈ ਕਿ ਆਪਾਂ ਸ਼ਬਦ ਅਭਿਆਸ ਵੱਲ ਜ਼ੋਰ ਦਈਏ। ਜਿੱਥੋਂ ਅਸੀਂ ਮੁਨਕਰ ਹੋਏ ਬੈਠੇ ਹਾਂ, ਜਿੱਥੋਂ ਅਸੀਂ ਮੂੰਹ ਮੋੜਿਆ ਹੋਇਆ, ਇਹ ਤਾਂ ਇਹਨੂੰ ਹੀਰਾ ਕਿਹਾ ਹੈ। ਜਿਨ ਸੇਵਿਆ ਮੇਰਾ ਹਰ ਜੀ। ਦੇਖੋ कैसे कैसे ਪਿਆਰ 'ਚ ਸ਼ਬਦ ਇਹ ਮਹੱਲੇ ਚੌਥੇ ਦੀ ਬਾਣੀ ਆ। ਔਰ ਸ਼ਾਮ ਨੂੰ ਆਪਾਂ ਇਸ ਸੋਦਰ ਦੇ ਵਿੱਚ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਪੜ੍ਹਦੇ ਹਾਂ। ਕਹਿੰਦੇ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਉਹ ਉਹਦੇ ਰੂਪ ਦੇ ਵਿੱਚ ਹੀ ਸਮਾ ਜਾਂਦੇ ਆ। ਤੇ ਜਿਹੜੇ ਐਸੇ ਚੜ੍ਹਦੀ ਕਲਾ, ਇਹਨੂੰ ਕਹਿੰਦੇ ਚੜ੍ਹਦੀ ਕਲਾ। ਜਿਉਂ-ਜਿਉਂ ਰਾਮ ਕਹੇ ਜਨ ਉੱਚੇ, ਇਹ ਹੁੰਦੀ ਚੜ੍ਹਦੀ ਕਲਾ। ਕਹਿੰਦੇ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਕਹਿੰਦੇ ਜਨ ਨਾਨਕ, ਦਾਸ ਨਾਨਕ, ਗਰੀਬ ਨਾਨਕ, ਬੰਦਾ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। ਇਹ ਹੈ ਸ਼ਬਦ ਦੀ ਵੈਲਿਊ, ਇਹ ਹੈ ਸ਼ਬਦ ਦੀ ਕੀਮਤ। ਤਾਂ ਇਹਨੂੰ ਰਤਨ ਕਿਹਾ ਹੈ। ਹੀਰੇ ਜੜੇ ਪਏ ਨੇ, ਉਹਦੀਆਂ ਵਡਿਆਈਆਂ ਨੇ। ਫਿਰ ਦੁਬਾਰਾ ਇਹ ਪੈਟਰਨ ਹੈ ਸਾਰੀ ਬਾਣੀ ਦਾ। ਦੁਬਾਰਾ ਕਹਿੰਦੇ ਸ਼ਬਦ ਰਤਨ ਜਿਤ ਮਨ ਲਾਗਾ। ਜਿਹੜਾ ਮੰਨਣ ਲੱਗ ਗਿਆ, ਇਹ ਨਹੀਂ ਆ ਵੀ ਮਨ ਲੱਗਿਆ, ਮੇਰਾ ਮਨ ਲੱਗ ਗਿਆ ਸ਼ਬਦ, ਇਹ ਨਹੀਂ। ਜਿਹੜਾ ਉਸ ਰਤਨ ਸ਼ਬਦ ਨੂੰ ਮੰਨਣ ਲੱਗ ਗਿਆ, ਮੰਨਣ ਦੀ ਅਵਸਥਾ ਤੱਕ ਪਹੁੰਚਿਆ। ਮੰਨਣ ਦੀ ਅਵਸਥਾ, ਇੱਕ ਚੀਜ਼ ਯਾਦ ਰੱਖੋ ਹਮੇਸ਼ਾ, 4 ਚੀਜ਼ਾਂ। ਇੱਕ ਰੱਬ ਨੂੰ ਮੰਨਣਾ, ਇੱਕ ਵਿੱਚ ਪ੍ਰਤੀਤ ਭਰੋਸਾ, ਇੱਕ ਤੋਂ ਦੀਖਿਅਤ ਹੋਣਾ, ਔਰ ਇੱਕ ਦਾ ਜਾਪ ਕਰਨਾ। ਇਹ ਹੈ ਮੰਨਣ ਦੀ ਅਵਸਥਾ। ਇਹ ਜਪ ਬਾਣੀ 'ਚ 4 ਅੰਕ ਨੇ। ਉਹਨਾਂ ਨੂੰ ਪੜ੍ਹੋ, ਆਪ ਖੋਜ ਕਰੋ, ਉਹਨਾਂ ਨੂੰ ਸਮਝੋ। ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਵਿੱਚ ਪ੍ਰਤੀਤ ਭਰੋਸਾ, ਇੱਕ ਰੱਬ ਤੋਂ ਦੀਖਿਅਤ ਹੋਣਾ, ਇੱਕ ਅਕਾਲ ਪੁਰਖ ਦੇ ਸ਼ਬਦ ਦਾ ਜਾਪ ਕਰਨਾ। ਮਨ ਲਾਗਾ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ।
ਕਿਸ ਤਰ੍ਹਾਂ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ। ਇਹ ਹੁਣ ਕਿਉਂਕਿ ਜਦੋਂ ਮੰਨਣ ਦੀ ਅਵਸਥਾ ਤੱਕ ਸ਼ਬਦ ਨੂੰ ਜਪ-ਜਪ ਕੇ ਪਹੁੰਚਿਆ, ਇਸ ਤਰ੍ਹਾਂ ਦਾ ਕੁਝ ਹੋਇਆ ਕਿ ਉਹ ਸਮਾ ਗਿਆ ਪਹਿਲਾਂ ਉਹਦੇ ਵਿੱਚ, ਫਿਰ ਸ਼ਬਦ ਸੇਤੀ ਮਨ ਮਿਲਿਆ, ਫਿਰ ਅੰਦਰ ਹੀ ਪ੍ਰਗਟ ਹੋ ਗਿਆ। ਸ਼ਬਦ ਦੀ ਕਿਰਪਾ ਦੇ ਨਾਲ, ਬਰਕਤ ਦੇ ਨਾਲ ਅੰਦਰ ਹੀ ਮਿਲ ਪਿਆ। ਸੱਚਾ ਲਾਇਆ ਭਾਉ। ਫਿਰ ਉਹ ਜਿਹੜਾ ਪ੍ਰੇਮ ਹੈ, ਜਿਹਨੂੰ ਆਪਾਂ ਪਹਿਲਾਂ ਕਿਹਾ ਸੀ ਪਿਆਰ ਇਹੋ। ਆਵੋ ਸਿੱਖ ਸਤਿਗੁਰੂ ਕੇ ਪਿਆਰ ਇਹੋ। ਪਿਆਰ ਦੇ ਵਿੱਚ ਇੱਥੋਂ ਤੱਕ ਆਉਣਾ ਹੈ, ਤਾਂ ਅਸੀਂ ਇਹ ਕੱਚੇ ਤੋਂ ਪੱਕੇ ਬਣਨਾ। ਫਿਰ ਇਹ ਬੜੀਆਂ ਬਰੀਕ ਚੀਜ਼ਾਂ ਨੇ। ਇਹ ਪਾਠ ਕਰਨ ਲਈ ਨਹੀਂ ਨੇ, ਕਦੇ ਵੀ ਪਾਠ ਕਰਨ ਲਈ ਨਹੀਂ ਨੇ। ਉਹ ਮਹੱਲਾ ਤੀਜੇ ਨੂੰ ਬਾਣੀ ਆਈ ਹੈ, ਉਹ ਸੰਗਤ 'ਚ ਬਹਿ ਕੇ ਗਿਆਨ ਦੇ ਰਹੇ ਨੇ। ਲਿਖਣ ਦਾ ਉਸ ਵੇਲੇ ਕੋਈ ਇੰਨਾ ਪੜ੍ਹਾਈ ਲਿਖਾਈ ਦਾ ਉਸ ਵੇਲੇ ਇੰਨਾ ਜ਼ੋਰ ਨਹੀਂ ਹੈ। ਪੜ੍ਹੇ ਲਿਖੇ ਲੋਕ ਨਹੀਂ ਸੀ, ਸਿੱਧੇ ਸਾਦੇ ਲੋਕ ਖੇਤੀ ਕਰਦੇ ਸੀ ਔਰ ਵਸਤਾਂ ਦੇ ਬਦਲੇ ਵਸਤਾਂ ਆਦਾਨ ਪ੍ਰਦਾਨ ਕਰਦੇ ਸੀ। ਕਹਿਣ ਤੋਂ ਭਾਵ ਕਿ ਝੋਲਾ ਭਰ ਕੇ ਕਣਕ ਲੈ ਗਏ ਔਰ ਕਣਕ ਦੇ ਬਦਲੇ ਕੋਈ ਕੱਪੜਾ ਲੈਣ ਦਾ, ਕੋਈ ਬੱਚੇ ਦਾ ਖਿਡੌਣਾ, ਆਹ ਵਰਤਾਰਾ ਸੀ ਉਸ ਵੇਲੇ। ਆਹ ਵਰਤਾਰਾ ਸੀ ਉਸ ਵੇਲੇ। ਇਹਦੇ ਗੁਰੂ ਸਾਹਿਬ ਸੁਣਾਉਂਦੇ ਸੀ ਬਾਣੀ ਉਹਨਾਂ ਨੂੰ। ਲਿਖਣ ਪੜ੍ਹਨ ਦਾ ਤੇ ਹੈ ਹੀ ਨਹੀਂ ਸੀ। ਜੋ ਸੁਣਦੇ ਸੀ ਜਾ ਕੇ ਫਿਰ ਉਹਨਾਂ ਨੇ ਜ਼ੋਰ ਦੇ ਕੇ ਕਹਿਣਾ ਕਿ ਆਹ ਨਾਮ ਜਪਣਾ। ਜਿੱਦਾਂ ਬਾਣੀ 'ਚ ਜ਼ੋਰ ਦੇ ਰਿਹਾ, ਇਸ ਤਰ੍ਹਾਂ ਹੀ ਜ਼ੋਰ ਵੀ ਦਿੰਦੇ ਹੋਣਗੇ ਗੁਰੂ ਸਾਹਿਬ ਸੰਗਤ 'ਚ ਵੀ, ਭਾਈ ਨਾਮ ਜਪਣਾ, ਨਾਮ ਜਪਣਾ, ਨਾਮ ਜਪਣਾ। ਬੜੇ ਪਿਆਰ ਨਾਲ ਇਸ ਚੀਜ਼ ਨੂੰ ਆਪਾਂ ਇੱਕਦਮ ਐਕਸੈਪਟ ਨਹੀਂ ਹੋਣੀ, ਹੌਲੀ ਹੌਲੀ ਐਕਸੈਪਟ ਹੋਏਗੀ। ਕਰਨਾ ਸ਼ੁਰੂ ਕਰੋ। ਅੰਦਰੇ ਕਲਾ ਵਰਤੇਗੀ, ਸ਼ਬਦ ਕਲਾ ਵਰਤਾਏਗਾ, ਕਿਉਂਕਿ ਸਾਡਾ ਭਰੋਸਾ ਨਹੀਂ ਹੈ ਔਰ ਇਹ ਕਲਾ ਵਰਤੀ ਨਹੀਂ ਸਾਡੇ ਤੇ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਅੰਦਰੇ ਪ੍ਰਗਟ ਹੋ ਗਿਆ, ਸੱਚਾ ਲਾਇਆ ਭਾਉ। ਉਸ ਅਕਾਲ ਪੁਰਖ ਨਾਲ ਪਿਆਰ ਪੈ ਗਿਆ। ਕੀ ਆਪੇ ਹੀਰਾ ਰਤਨ, ਆਪੇ ਜਿਸ ਨੂੰ ਦੇ ਬਜਾਏ ਉਹ ਆਪ ਹੀ ਹੈ। ਆਪੇ ਹੀ ਉਹਨੇ ਵਡਿਆਈਆਂ ਪ੍ਰਗਟ ਕਰ ਦੇਣੀਆਂ, ਆਪੇ ਹੀ ਉਹਨੇ ਸ਼ਬਦ ਪ੍ਰਗਟ ਕਰ ਦੇਣਾ। ਆਪੇ ਹੀ ਉਹ ਸ਼ਬਦ ਹੈ, ਆਪੇ ਹੀ ਉਹ ਰਤਨ ਹੈ, ਜਿਸ ਨੂੰ ਦੇ ਬੁਝਾਏ। ਪਰ ਇਹ ਗੁਰਪ੍ਰਸਾਦ ਇੱਕ ਬੜਾ ਵੱਡਾ ਫੈਕਟਰ ਹੈ ਵਿੱਚ। ਪਰ ਜਿਹਦੇ ਤੇ ਗੁਰਪ੍ਰਸਾਦ ਹੋਏਗਾ, ਜਿਹਦੇ ਤੇ ਬਖਸ਼ਿਸ਼ ਹੋਏਗੀ, ਜਿਹਦੇ ਤੇ ਨਦਰ ਹੋਏਗੀ, ਉਹਨੂੰ ਇਹ ਚੀਜ਼ ਬੁਝਾਏਗਾ। ਇੱਥੇ ਵੀ ਫਰਕ ਹੈ, ਇੱਕ ਪੜ੍ਹਾਏਗਾ ਤੇ ਇੱਕ ਬੁਝਾਏਗਾ। ਸਮਝੇ, ਸੂਝੇ, ਪੜ੍ਹ ਬੂਝੇ। ਬੁੱਝਣਾ ਹੋਰ ਚੀਜ਼ ਹੈ, ਪੜ੍ਹਨਾ ਹੋਰ ਚੀਜ਼ ਹੈ। ਮੈਂ ਇਹ ਨਹੀਂ ਕਹਿੰਦਾ ਕਿ ਪਾਠ ਨਹੀਂ ਕਰਨੇ, ਮੈਂ ਕਹਿੰਦਾ ਪਾਠ ਕਰੋ, ਲੇਕਿਨ ਉਹਨੂੰ ਬੁੱਝੋ। ਪਹਿਲਾਂ ਸਮਝੋ, ਫਿਰ ਬੁੱਝੋ, ਫਿਰ ਉਹ ਜੋ ਤੱਤ ਵਸਤੂ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹਦਾ ਅਭਿਆਸ ਕਰੋ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਕਹਿੰਦੇ ਮੈਂ ਕੀ ਕਰਦਾ, ਮੈਂ ਵੀ ਉਹਦੀ ਇਬਾਦਤ ਕਰਦਾ। ਕਹੈ ਨਾਨਕ, ਮੈਂ ਵੀ ਉਹਦੇ ਨਾਮ ਨੂੰ ਕਹਿ ਰਿਹਾ। ਹਾਂ, ਕਹਿੰਦੇ ਸ਼ਬਦ ਰਤਨ ਹੈ, ਇਹ ਰਤਨ ਹੀ ਹੈ। ਹੀਰਾ ਜਿਤ ਜੜਾਓ, ਇਹਦੇ ਵਿੱਚੋਂ ਹੀ ਸਾਨੂੰ ਵਡਿਆਈਆਂ ਨਾਮ ਦੀਆਂ ਲੱਭਣੀਆਂ ਨੇ। ਇਸੇ ਰਤਨ ਦੇ ਵਿੱਚੋਂ ਸਾਨੂੰ ਹੀਰੇ ਨਾਮ ਜਪ ਕੇ ਹੀਰੇ ਰੂਪੀ ਵਡਿਆਈਆਂ ਅਕਾਲ ਪੁਰਖ ਦੀਆਂ ਦਾ ਸਾਨੂੰ ਪਤਾ ਲੱਗ ਜਾਣਾ, ਜਿਹੜਾ ਬੇਅੰਤ ਹੈ।